Hello dear students, I am here to teach you a very important topic, that is tense. Bete, tense is the base of English. Without the proper knowledge of tense, you can't speak English or write English. So ਅੱਜ ਮੈਂ ਇਸ ਟੌਪਿਕ ਤੇ ਤੁਹਾਨੂੰ ਡਿਟੇਲ ਵਿੱਚ ਦੱਸੂਗੀ ਤੇ ਤੁਹਾਨੂੰ ਇਸ ਤਰੀਕੇ ਨਾਲ ਸਮਝਾਉਂਗੀ ਈਚ ਐਂਡ ਐਵਰੀਥਿੰਗ ਕਿ ਤੁਸੀਂ ਕਦੇ ਵੀ ਜਿਹੜਾ ਟੈਂਸ ਹੈ ਉਹ ਬਿਲਕੁਲ ਨਹੀਂ ਭੁੱਲੋਗੇ। ਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇੱਕ ਪ੍ਰੋਮਿਸ ਲਵਾਂਗੀ ਤੇ ਤੁਹਾਡੇ ਨਾਲ ਮੈਂ ਪ੍ਰੋਮਿਸ ਕਰੂੰਗੀ ਵੀ ਤੁਹਾਡੇ ਤੋਂ ਮੈਂ ਇਹ ਪ੍ਰੋਮਿਸ ਲੈਣਾ ਹੈ ਕਿ ਤੁਸੀਂ ਜਿਹੜੀ ਵੀਡੀਓ ਹੈ ਉਹਨੂੰ ਪੂਰੀ ਦੇਖੋਗੇ, ਐਂਡ ਤੱਕ ਦੇਖੋਗੇ। ਤੇ ਮੇਰਾ ਤੁਹਾਡੇ ਨਾਲ ਇਹ ਪ੍ਰੋਮਿਸ ਹੈ ਕਿ ਜੋ ਵੀ ਮੈਂ ਤੁਹਾਨੂੰ ਅੱਜ ਪੜਾਉਣ ਜਾ ਰਹੀ ਹਾਂ ਉਹਦੇ ਵਿੱਚ ਕਿਸੇ ਕਿਸਮ ਦਾ ਡਾਊਟ ਹੈ ਜਿਹੜਾ ਉਹ ਅੱਜ ਮੈਂ ਨਹੀਂ ਰਹਿਣ ਦੇਵਾਂਗੀ ਤੇ ਕਦੇ ਵੀ ਤੁਸੀਂ ਟੈਂਸ ਹੈ ਜਿਹੜਾ ਇਹਨੂੰ ਹੋਊਗਾ ਨਹੀਂ ਸਮਝੋਗੇ। ਸੋ ਲੈਟਸ ਸਟਾਰਟ ਟੈਂਸ। ਬੇਟੇ ਸਭ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਵਾਟ ਇਜ਼ ਟੈਂਸ। ਟੈਂਸ ਕਹਿੰਦੇ ਕਿਹਨੂੰ ਨੇ, ਟੈਂਸ ਹੈ ਕੀ ਚੀਜ਼ ਹੈ। ਟੈਂਸ ਨੂੰ ਆਪਾਂ ਜੇ ਪੰਜਾਬੀ ਵਿੱਚ ਦੇਖੀਏ ਤਾਂ ਇਸ ਨੂੰ ਅਸੀਂ ਕਾਲ ਕਹਿੰਦੇ ਹਾਂ ਜਾਂ ਇਹਨੂੰ ਸਮਾਂ ਕਹਿ ਲਓ। ਸੋ ਟੈਂਸ ਟੈਲਸ ਅਸ ਅਬਾਊਟ ਟਾਈਮ। ਜਿਸ ਤਰ੍ਹਾਂ ਤੁਸੀਂ ਪੰਜਾਬੀ ਦੇ ਵਿੱਚ ਪੜ੍ਹਦੇ ਹੋ ਕਾਲ ਤਿੰਨ ਤਰ੍ਹਾਂ ਦਾ ਹੁੰਦਾ ਹੈ, ਵਰਤਮਾਨ ਕਾਲ, ਭੂਤਕਾਲ ਤੇ ਭਵਿੱਖ ਕਾਲ। ਉਸੇ ਤਰ੍ਹਾਂ ਹੀ ਇਹ ਟੈਂਸ ਨੇ ਜਿਹੜੇ ਇਹਦੀਆਂ ਮੇਨ 3 ਟਾਈਪਸ ਨੇ ਉਹ ਹੈਗੀਆਂ ਨੇ। ਫਸਟ ਹੈ ਪ੍ਰੈਜ਼ੈਂਟ indefinite tense, second है बेटे past indefinite tense, and third is future indefinite tense। 3 टाइप्स ने, मेन 3 टाइप्स ने। ਅੱਗੇ ਇਹਦੀਆਂ ਹੋਰ ਸਬ ਟਾਈਪਸ ਨੇ। ਪ੍ਰੈਜ਼ੈਂਟ ਇਨਡੈਫੀਨਿਟ ਟੈਂਸ ਜਿਹਨੂੰ ਅਸੀਂ ਵਰਤਮਾਨ ਕਹਿ ਦਿੰਦੇ ਆ, ਪਾਸਟ ਇਨਡੈਫੀਨਿਟ ਭੂਤਕਾਲ ਕਹਿ ਦਿੰਦੇ ਆ, ਫਿਊਚਰ ਇਨਡੈਫੀਨਿਟ ਨੂੰ ਅਸੀਂ ਭਵਿੱਖ ਕਾਲ ਕਹਿੰਦੇ ਆ। ਤਾਂ ਹੁਣ ਇਹਨਾਂ ਸਾਰਿਆਂ ਦੇ ਵਿੱਚ ਬੱਚਿਆਂ ਨੂੰ ਇਹ ਕਨਫਿਊਜ਼ਨ ਰਹਿੰਦਾ ਹੈ ਕਿ ਪ੍ਰੈਜ਼ੈਂਟ ਇਨਡੈਫੀਨਿਟ ਟੈਂਸ ਦੇ ਵਿੱਚ ਕਿਹੜੀ ਵਰਬ ਦੀ ਫਾਰਮ ਲੱਗੂਗੀ, ਕਿਹੜਾ ਹੈਲਪਿੰਗ ਵਰਬ ਲੱਗੂਗਾ ਤੇ ਇਸੇ ਤਰ੍ਹਾਂ ਹੀ ਪਾਸਟ ਤੇ ਫਿਊਚਰ ਦੇ ਵਿੱਚ ਕੀ ਲਾਈਏ ਅਸੀਂ। ਤੇ ਅੱਜ ਆਪਾਂ ਇਹਨੂੰ ਡਿਟੇਲ ਚ ਕਰਾਂਗੇ। ਪ੍ਰੈਜ਼ੈਂਟ ਇਨਡੈਫੀਨਿਟ ਟੈਂਸ ਇਹਦੇ ਵਿੱਚ ਵਰਬ ਦੀ ਫਸਟ ਫਾਰਮ ਲੱਗਦੀ ਹੈ। ਵਰਬ ਦੀ ਫਸਟ ਫਾਰਮ ਦੇ ਨਾਲ ਐਸ ਜਾਂ ਈਐਸ ਵੀ ਲੱਗਦਾ ਹੈ। ਇੱਕ ਹੈ ਸਾਡੇ ਕੋਲੇ ਡਸ। ਜਦੋਂ ਅਸੀਂ ਨੈਗੇਟਿਵ ਸੈਂਟੈਂਸ ਲਿਖਾਂਗੇ ਕਰਾਂਗੇ ਜਾਂ ਇੰਟਰੋਗੇਟਿਵ ਕਰਾਂਗੇ ਤਾਂ ਸਾਨੂੰ ਡਸ ਦੀ ਜ਼ਰੂਰਤ ਪੈਂਦੀ ਹੈ। ਇਸੇ ਤਰ੍ਹਾਂ ਪਾਸਟ ਇਨਡੈਫੀਨਿਟ ਟੈਂਸ ਇਹਦੇ ਵਿੱਚ ਵਰਬ ਦੀ ਸੈਕੰਡ ਫਾਰਮ ਲੱਗਦੀ ਹੈ। ਇਹਦੇ ਵਿੱਚ ਐਸ ਜਾਂ ਈਐਸ ਦਾ ਬਿਲਕੁਲ ਹੀ ਕੋਈ ਚੱਕਰ ਨਹੀਂ ਹੈਗਾ ਤੇ ਨਾਲ ਸਾਡੇ ਕੋਲ ਇੱਕ ਹੈ ਡਿਡ। ਨੈਕਸਟ ਹੈ ਫਿਊਚਰ ਇਨਡੈਫੀਨਿਟ ਟੈਂਸ। ਬੇਟੇ ਜਿੱਥੇ ਫਿਊਚਰ ਆ ਗਿਆ, ਜਿੱਥੇ ਵਰਡ ਫਿਊਚਰ ਆ ਗਿਆ ਤਾਂ ਵਿਲ ਤੇ ਸ਼ੈਲ ਦਾ ਆਉਣਾ ਮਸਟ ਹੈ। ਵਿਲ ਤੇ ਸ਼ੈਲ ਦਾ ਆਉਣਾ ਮਸਟ ਹੈ ਕਿਉਂਕਿ ਇਨਡੈਫੀਨਿਟ ਹੈ, ਇਸ ਕਰਕੇ ਨਾਲ ਇਹਦੇ ਵਰਬ ਦੀ ਫਸਟ ਫਾਰਮ। ਦੁਬਾਰਾ ਤੋਂ ਬੇਟਾ ਕਲੀਅਰ ਕਰੋ। ਪ੍ਰੈਜ਼ੈਂਟ ਇਨਡੈਫੀਨਿਟ ਦੇ ਵਿੱਚ ਵਰਬ ਦੀ ਫਸਟ ਫਾਰਮ ਲੱਗੂਗੀ, ਇਹਦੇ ਨਾਲ ਐਸ ਤੇ ਈਐਸ ਲੱਗਿਆ ਹੋ ਸਕਦਾ ਹੈ। ਨੈਕਸਟ ਹੈਗਾ ਪਾਸਟ ਇਨਡੈਫੀਨਿਟ ਟੈਂਸ। ਇੱਕ ਸਿਰਫ ਇਕੱਲਾ ਪਾਸਟ ਇਨਡੈਫੀਨਿਟ ਟੈਂਸ ਹੈ ਜਿਹਦੇ ਵਿੱਚ ਵਰਬ ਦੀ ਸੈਕੰਡ ਫਾਰਮ ਲੱਗਦੀ ਹੈ, ਅਦਰਵਾਈਜ਼ ਵਰਬ ਦੀ ਸੈਕੰਡ ਫਾਰਮ ਹੋਰ ਕਿਤੇ ਲੱਗਦੀ ਹੋਈ। ਫਿਊਚਰ ਇਨਡੈਫੀਨਿਟ ਦੇ ਵਿੱਚ ਫਿਊਚਰ ਜਿੱਥੇ ਆ ਗਿਆ ਉੱਥੇ ਵਿਲ ਤੇ ਸ਼ੈਲ ਜ਼ਰੂਰ ਹੋਣਗੇ, ਨਾਲ ਵਰਬ ਦੀ ਫਸਟ ਫਾਰਮ ਹੋਊਗੀ। ਇਜ਼ ਇਟ ਕਲੀਅਰ ਬੇਟੇ? ਓਕੇ, ਆਪਾਂ ਹੁਣ ਅੱਜ ਸਭ ਤੋਂ ਪਹਿਲਾਂ ਪ੍ਰੈਜ਼ੈਂਟ ਇਨਡੈਫੀਨਿਟ ਟੈਂਸ ਬਾਰੇ ਕਰਾਂਗੇ। ਮੈਨੂੰ ਬੱਚੇ ਅਕਸਰ ਪੁੱਛਦੇ ਨੇ ਕਿ ਜਦੋਂ ਅਸੀਂ ਪੰਜਾਬੀ ਦੇ ਵਿੱਚ ਕੋਈ ਸੈਂਟੈਂਸ ਆਉਂਦਾ ਤੇ ਸਾਨੂੰ ਕਿਵੇਂ ਪਤਾ ਲੱਗੂਗਾ ਕਿ ਇਹਦੇ ਵਿੱਚ ਅਸੀਂ ਕਿਹੜਾ ਟੈਂਸ ਯੂਜ਼ ਕਰਨਾ ਹੈ। ਬੇਟੇ ਅੱਜ ਮੈਂ ਤੁਹਾਨੂੰ ਵਿਦ ਐਗਜ਼ਾਮਪਲਸ ਕਰਾਉਂਗੀ। ਹੁਣ ਇਹਨਾਂ ਦੀ ਕੀ ਨਿਸ਼ਾਨੀ ਹੈ ਪੰਜਾਬੀ ਦੇ ਵਿੱਚ? ਨਿਸ਼ਾਨੀ ਦਾ ਹੈ, ਦੀ ਹੈ, ਦੇ ਹਨ, ਦਾ ਹਾਂ। ਇਹ ਪੰਜਾਬੀ ਦੇ
ਵਾਕ ਦੇ ਐਂਡ 'ਚ ਲੱਗਿਆ ਹੁੰਦਾ ਦਾ ਹੈ, ਦੀ ਹੈ, ਦੇ ਹਨ, ਦਾ ਹਾਂ। ਇਹਨੂੰ ਅਸੀਂ ਜੇ ਅਫਰਮੇਟਿਵ ਸੈਂਟੈਂਸ ਸਭ ਤੋਂ ਪਹਿਲਾਂ ਕਰਾਂਗੇ ਆਪਾਂ। ਅਫਰਮੇਟਿਵ ਸੈਂਟੈਂਸ ਜਿਹਨੂੰ ਤੁਸੀਂ ਪੰਜਾਬੀ ਦੇ ਵਿੱਚ ਸਧਾਰਨ ਵਾਕ ਕਹਿ ਸਕਦੇ ਹੋ। ਅਫਰਮੇਟਿਵ ਸੈਂਟੈਂਸ ਜਾਂ ਅਸੀਂ ਇਹਨੂੰ ਹਾਂ ਵਾਚਕ ਕਹਿ ਸਕਦੇ ਹਾਂ, ਹਾਂ ਵਾਚਕ ਕਹਿ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਅਸੀਂ ਅਫਰਮੇਟਿਵ ਸੈਂਟੈਂਸ ਜਿਹੜਾ ਉਹ ਲਿਖਦੇ ਹਾਂ, ਉਹ ਖੇਡਦਾ ਹੈ। ਸੈਕੰਡ ਹੈਗਾ ਮੈਂ ਸਕੂਲ ਜਾਂਦੀ ਹਾਂ। ਨੈਕਸਟ ਹੈਗਾ ਉਹ ਖੇਡਦੇ ਹਨ। ਬੇਟੇ ਦੋ ਜਿਹੜੇ ਮੈਂ ਵਾਕ ਲਿਖੇ ਨੇ, ਉਹ ਖੇਡਦਾ ਹੈ, ਉਹ ਖੇਡਦੇ ਹਨ, ਇਹਦੇ ਵਿੱਚ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈਗਾ। ਇਹਦੇ 'ਚ ਖੇਡਦਾ ਲੱਗਿਆ, ਇਹਦੇ 'ਚ ਖੇਡਦੇ ਲੱਗਿਆ, ਪਰ ਇਹਦੇ ਤੋਂ ਮੈਂ ਤੁਹਾਨੂੰ ਇਹਦੇ 'ਚ ਕੀ ਫਰਕ ਪੈਂਦਾ ਇਹ ਦੱਸੂਗੀ। ਫਸਟ ਹੈਗਾ ਉਹ ਖੇਡਦਾ ਹੈ, ਦਾ ਹੈ, ਦੀ ਹਾਂ, ਦੇ ਹਨ। ਤਾਂ ਫਸਟ ਕੀ ਹੈ, ਇਹਦੇ ਤੋਂ ਸਾਨੂੰ ਪਤਾ ਲੱਗ ਜਾਣਾ ਹੈ ਜਿਹਦੇ ਪਿੱਛੇ ਦਾ ਹੈ ਲੱਗਿਆ ਜਾਂ ਦੀ ਹਾਂ ਲੱਗਿਆ ਜਾਂ ਦੇ ਹਨ ਲੱਗਿਆ, ਤਾਂ ਉਹਦੇ 'ਚ ਅਸੀਂ ਕੀ ਕਰਨਾ ਹੈ, ਵਰਬ ਦੀ ਫਸਟ ਫਾਰਮ ਲੈਣਾ। ਸਬਜੈਕਟ ਪਲੱਸ ਵਰਬ ਦੀ ਫਸਟ ਫਾਰਮ ਪਲੱਸ ਆਬਜੈਕਟ। ਹੁਣ ਇਹਦੇ 'ਚ ਸਾਡੇ ਕੋਲੇ ਸਬਜੈਕਟ ਹੈਗਾ ਹੀ, ਉਹ ਖੇਡਦਾ ਹੈ, ਇਟ ਮੀਨਸ ਇੱਕ ਬੱਚਾ ਹੈ, ਤਾਂ ਉਹਦੇ ਲਈ ਅਸੀਂ ਲਾ ਰਹੇ ਹਾਂ ਹੀ। ਖੇਡਦਾ ਹੈ ਵਰਬ ਦੀ ਫਸਟ ਫਾਰਮ ਲੱਗੂਗੀ, ਪਲੇ, प्लेज। प्लेज क्यों लाया मैं, क्योंकि इधर साइड पे लिखूंगी ही, शी, इट एंड प्लूरल सब्जेक्ट नाल वर्ब दी फर्स्ट फॉर्म नाल एस जां ई एस लगदा है। ओ सॉरी, प्लूरल लिखा गया मेरे तो गलती नाल, मैं इत्थे लिखना सी सिंगुलर एंड सिंगुलर। हुण बेटे सिंगुलर की हुंदा है, सिंगुलर हुंदा है सिंगल तो बनिया एक चीज। जे एक तो ज्यादा चीज़ां ने तां ओह हो जाऊगा प्लूरल। हुण मैं गल कर रही हां सिंगुलर दी, ही, शी, इट एंड सिंगुलर सब्जेक्ट जे साडे कोले होवे। सब्जेक्ट की हुंदा जेहड़ा साडे सेंटेंस दे स्टार्टिंग च लग्या हुंदा, जिवें आ ही है, ये सब्जेक्ट है साडे सेंटेंस दा, ही लगे हुए हैं, ही इज अ सिंगुलर। तो ਇਹਦੇ ਨਾਲ ਅਸੀਂ ਵਰਬ ਦੀ ਫਸਟ ਫਾਰਮ ਨਾਲ ਐਸ ਜਾਂ ਈਐਸ ਲਾਉਣਾ ਹੈ, ਇਸ ਕਰਕੇ ਮੈਂ ਲਾਇਆ। ਮੈਂ ਸਕੂਲ ਜਾਂਦੀ ਹਾਂ, ਮੈਂ ਦੀ ਇੰਗਲਿਸ਼ ਕੀ ਹੈ, ਆਈ। ਆਈ ਇਜ਼ ਆਲਸੋ ਅ ਸਿੰਗੂਲਰ, ਬਟ ਇੱਕ ਸਿਰਫ ਆਈ ਇਦਾਂ ਦਾ ਸਬਜੈਕਟ ਹੈਗਾ ਜਿਹਦੇ ਨਾਲ ਵਰਬ ਦੀ ਫਸਟ ਫਾਰਮ ਦੇ ਨਾਲ ਐਸ ਜਾਂ ਈਐਸ ਨਹੀਂ ਲੱਗਦਾ। ਆਈ ਗੋ ਟੂ ਸਕੂਲ, याद रखना बेटे, आई नाल कदे भी वर्ब दी फर्स्ट फॉर्म नाल एस या ईएस नहीं लगदा। ओ खेडदे हन, ज्यादा बच्चे खेडदे ने, इस लिए आपां की लावांगे, ही नहीं लावांगे, दे लावांगे। दे इज अ प्लूरल, तो जे ये प्लूरल है तो वर्ब दी फर्स्ट फॉर्म नाल एस या ईएस लगूगा कि नहीं लगूगा, नहीं लगदा। दे प्ले, जे आपां लिख दिंदे ओ फुटबॉल खेडदे हन, दे प्ले फुटबॉल, फिर फुटबॉल साडा ऑब्जेक्ट होना सी, पर हुण असीं सिर्फ यह लिखिया कि ओ खेडदे हन, तां इंग्लिश इहदी की है, दे प्ले। बेटे तुहानूं सारिआं नूं इह गल क्लीयर हो गई होनी है। अपना नैक्सट जिहड़ा हैगा ओह हैगा नैगेटिव सेंटेंस। नेगेटिव सेंटेंस, नेगेटिव की करना है, ओ नहीं खेडदा है, सेम अपना सेंटेंस है, इहदे च आपां नहीं लाया। नैक्सट हैगा मैं स्कूल नहीं जांदी हाँ। नैक्सट अपना थर्ड सीगा ओ नहीं खेडदे हाँ। हुण फर्क की पिया, सारिआं दे विच नहीं नहीं ला गया, नहीं दी जगह ते आपां नॉट लाउणा है,
पर जदों असीं नॉट लाउणा है ही लिखिया आपां सीधा ये नहीं कर सकते कि ही नॉट प्लेज, इट्स रॉन्ग, इट्स रॉन्ग। तो सानू की चाहिए हुण सानू हेल्पिंग वर्ब चाहिए, पर क्योंकि प्रेजेंट इंडेफिनिट टेंस है साडे कोले इहदे विच हेल्पिंग वर्ब तां लगदा ही नहीं हुंदा, इसलिए मैं उपर की लिखिया सी डज। डज ही साडे कोल अजिहा हेल्पिंग वर्ब है जिन्हों असीं नैगेटिव एंड इंटरोगेटिव सेंटेंसेस दे विच यूज करना है। ही डज नॉट प्ले, हुण इत्थे प्लेज नहीं लगूगा जिहड़ा आपां पहलां लाया सी ही इज अ सिंगुलर, बट इहदे नाल जिहड़ा डज लग गया डू तो ही डज बनिया ईएस लग के, इस करके असीं इत्थे एस लग गया डू नाल ईएस लग गया, इत्थे हुण नहीं लगना। ये गल्लां नूं चंगी तरह ध्यान रखना। फुल कंसंट्रेशन दे नाल जिहड़ी वीडियो है तुसीं मेरी देखनी है ते सुन। मैं स्कूल नहीं जाती हाँ, आई मैं पहला भी दस्सिया सी कि आई सिर्फ इदां दा सब्जेक्ट है जिहदे नाल असीं कदे भी वर्ब दी फर्स्ट फॉर्म नाल एस या ईएस नहीं लाउंदे। तां इत्थे आपां डज लिखिया सी ते एक डू भी है साडे कोल, डू तो ही डज बनिया। आई डू नॉट गो टू स्कूल। नेक्स्ट हैगा ਉਹ नहीं खेडते हैं, दे इज अ प्लूरल, प्लूरल ਦੇ ਨਾਲ ਕਦੇ ਵੀ ਵਰਬ ਦੀ ਫਸਟ ਫਾਰਮ ਨਾਲ ਐਸ ਜਾਂ ਈਐਸ ਨਹੀਂ ਲੱਗਦਾ, ਇਸ ਕਰਕੇ ਇੱਥੇ ਵੀ ਆਪਾਂ ਦੇ ਡੂ ਨਾਟ प्ले। देखो बेटे हर एक चीज़ है जी बिल्कुल क्लीयर हो गई है। फिर भी जे किसी की कोई क्वेरी होगी, कोई क्वेश्चन होगा, कोई डाउट होगा, तुसीं कमेंट्स दे विच मैनूं पूछ सकते हो। हुण आपां नैक्सट जिहड़ा करन लगे आ वो हैगा इंट्रोगेटिव सेंटेंस। इंट्रोगेटिव सेंटेंस, इंट्रोगेटिव च की फर्क पैंदा है? इत्थे आपां नहीं लाया सी नैगेटिव च, पर इहदे च असीं की लावांगे, अगे की लावांगे, पिछे क्वेश्चन मार्क लावांगे कि ओ खेडदा है, पिछे लगूगा क्वेश्चन मार्क। नेक्स्ट हैगा कि मैं स्कूल जांदी हां, पिछे क्वेश्चन मार्क, कि ओ खेडदे हैं, पिछे क्वेश्चन मार्क। बस आ की ते लास्ट वाला जिहड़ा साइन ऑफ इंटरोगेशन है, ये बच्चों को बहुत डराउंदा है, बहुत हौवा लगता उन्होंने। ये जदों ये लग जाता है तो बच्चे ये तो पहले ही घबरा जाते हैं कि ये असीं नहीं कर सकेंगे। पर बेटे बिल्कुल घबराउण की लोड़ नहीं हैगी, बहुत ईजी है। ये भी सानूं हेल्पिंग वर्ब चाहिए हुंदा, पर वो सबजैक्ट तो अगे लगता हुंदा। वो खेडदा है तो हुण साडे जे मैं इहनूं की नूं इदां रख देवां, हथ रख ਲਾਂ ਦੇ ਉੱਪਰ, ਉਹ खेडदा है, तो मैं की लिखूंगी ही प्लेज, पर ये की बन गया वो खेडदा है, वो खेडदा है। हुण की दी जगह ते सानू हेल्पिंग वर्ब चाहिए जेड़ा सब्जेक्ट तो अगे लाउणा सी, ते साडे कोले हेल्पिंग वर्ब की है, इहदे विच डू ते डज। हुण ही दे नाल असीं डू नहीं ला सकदे, इसलिए जेड़ा डज है उहनूं असीं अगे लाता, बस अपना काम है जेड़ा वो कंप्लीट हो गया। एच है जेड़ा हुण मैं स्मॉल कर दूंगी, ठीक है बेटे। नेक्स्ट हैगा कि मैं स्कूल जाती हाँ, आई नाल कदे भी फर्स्ट फॉर्म एस नहीं लगना, इसलिए अपन डज की जगह से की लावांगे डू आई गो टू स्कूल। सॉरी ऊपर गलत हो गया अपना, ही प्लेज मैं एस कटना भूल गई, जदों डज लग गया तो उदों फिर प्लेन एस नहीं लगता। कि वो खेडते हैं तो दे लगूगा क्योंकि प्लूरल है, ओदी थां ते आपां लावांगे दे नाल डज नहीं लगदा, इत्थे लगूगा डू दे प्ले, पिछे साइन ऑफ इंटरोगेशन, इत्थे भी पिछे साइन ऑफ इंटरोगेशन। मैनूं लगदा बेटे तुहानूं प्रेजेंट इंडेफिनिट टेंस जिहड़ा बिल्कुल क्लीयर हो गया होना है। ते हुण आपां नैक्सट टेंस ते चलदे हां, पास्ट इंडेफिनिट टेंस। सैकेंड कैटेगरी है जी वो है साडी पास्ट इंडेफिनिट टेंस। हुण इहदे विच मैं तुहानूं पहलां भी दस्सिया सी
कि एक कला यही टेंस है जिहदे विच वर्ब दी सैकेंड फॉर्म लगदी है ते एक साडे कोले हेल्पिंग वर्ब मिलदा सानू डिड। ਇਹਦੇ ਵਿੱਚ ਨਿਸ਼ਾਨੀ ਕੀ ਹੈ ਕਿ ਸਾਨੂੰ ਕਿਵੇਂ ਪਤਾ ਲੱਗੇ ਕਿ ਪੰਜਾਬੀ ਦਾ ਕੋਈ ਸਾਨੂੰ ਵਾਕ ਆ ਗਿਆ, ਸਾਨੂੰ ਕਿਵੇਂ ਪਤਾ ਲੱਗੇ ਕਿ ਇਹ ਪਾਸਟ ਇੰਡੈਫੀਨਿਟ ਦਾ ਟੈਂਸ ਹੈ, ਪ੍ਰੈਜ਼ੈਂਟ ਟੈਂਸ ਹੈ। ਸੌਰੀ, ਨਿਸ਼ਾਨੀ ਕੀ ਹੈ? ਆ, ਏ, ਈ, ਦਾਸੀ, ਦੇ ਸਨ, ਇਹ ਇਹਦੀ ਨਿਸ਼ਾਨੀ ਹੈ। ਤਾਂ ਹੁਣ ਆਪਾਂ ਲਿਖਾਂਗੇ ਫਰਸਟ ਅਫਰਮੇਟਿਵ ਸੈਂਟੈਂਸ ਹੈ ਸਾਡੇ ਕੋਲੇ। मैं हुणे नूं शॉर्ट फॉर्म च लिख रही हाँ, एक बार मैं तुहानूं फुल फॉर्म च लिखता सी। अफर्मेटिव सेंटेंस जो करांगे तां इहदे विच असीं की लिखांगे? ओ स्कूल गया। सैकंड हैगा मैं तुहाडी मदद करनी चाहुंदा सी। थर्ड हैगा मैं उस नूं जानदी सी। पहला हैगा बेटे ओ स्कूल गया, आ ਇਹਦੀ ਨਿਸ਼ਾਨੀ ਆ ਪਿੱਛੇ ਲੱਗਿਆ ਹੁੰਦਾ ਆ। ਉਹ ਸਕੂਲ ਗਿਆ, ਉਹਦੀ ਜਗ੍ਹਾ ਤੇ ਅਸੀਂ ਲਾਵਾਂਗੇ ਹੀ। ਹੁਣ ਗਿਆ ਦੀ ਇੰਗਲਿਸ਼ ਕੀ ਹੁੰਦੀ ਹੈ? ਜਾਣ ਦੀ ਇੰਗਲਿਸ਼ ਕੀ ਹੁੰਦੀ ਹੈ? ਗੋ। ਗੋ ਦੀ ਸੈਕੰਡ ਫਾਰਮ ਵੈਂਟ, ਕਿਉਂਕਿ ਅਸੀਂ ਇਹਦੇ ਵਿੱਚ ਲਿਖਿਆ ਸੀ, ਇਹਦਾ ਰੂਲ ਹੈ ਕਿ ਇਹਦੇ ਵਿੱਚ ਵਰਬ ਦੀ ਸੈਕੰਡ ਫਾਰਮ ਲੱਗਦੀ ਹੈ। ਹੀ ਵੈਂਟ ਟੂ ਸਕੂਲ। ਨੈਕਸਟ ਹੈਗਾ ਮੈਂ ਤੁਹਾਡੀ ਮਦਦ ਕਰਨੀ ਚਾਹੁੰਦਾ ਸੀ। ਮੈਂ ਆਏ। ਹੁਣ ਨੈਕਸਟ ਕੀ ਹੈ? ਵਰਬ ਦੀ ਫਾਰਮ ਲਾਉਣੀ ਹੈ। ਚਾਹੁੰਦਾ, ਚਾਹੁੰਦਾ ਦੀ ਇੰਗਲਿਸ਼ ਕੀ ਹੁੰਦੀ ਹੈ? ਵਾਂਟ। ਆਈ wanted to help you। next ਹੈਗਾ ਮੈਂ ਉਸ ਨੂੰ ਜਾਣਦੀ ਸੀ। I ਜਾਣਨ ਦੀ ਇੰਗਲਿਸ਼ know ਹੁੰਦੀ ਹੈ, KNOW। this is not know, this is know। I know ਦੀ second form knew, knew him। ਠੀਕ ਹੈ ਬੇਟੇ? ਆ, ਏ, ਈ सेंटेंस दे एंड ते लग्या हुंदा जां दा सी, दे सन, जिहदे तो सानू पता लगदा है कि ये भूतकाल दी गल हो रही है, लंघे समय दी गल हो रही है। ही वेंट टू स्कूल, वेंट इज द सेकंड फॉर्म, वांटेड इज द सेकंड फॉर्म, न्यू इज द सेकंड फॉर्म। नो हेल्पिंग वर्ब, हेल्पिंग वर्ब असी यूज नहीं कीता। हुण हैगा अपने कोले नेक्स्ट नेगेटिव, नेगेटिव सेंटेंस। फर्स्ट हैगा ओ स्कूल नहीं गया। नेक्स्ट हैगा मैं तुम्हारी मदद नहीं करना चाहती सी। मैं उस नूं नहीं जानता सी। ਹੁਣ ਫਸਟ ਹੈਗਾ ਉਹ ਸਕੂਲ ਨਹੀਂ ਗਿਆ, ਉਹਦੀ ਜਗ੍ਹਾ ਤੇ ਹੀ ਦੇ ਨਾਲ ਅਸੀਂ ਸਿਰਫ ਨੋਟ ਨਹੀਂ ਲਾ ਸਕਦੇ ਸਬਜੈਕਟ ਨਾਲ। ਜਦੋਂ ਅਸੀਂ ਨੈਗੇਟਿਵ ਦੇ ਵਿੱਚ ਜਾਣਾ ਹੈ ਤਾਂ ਸਾਨੂੰ ਹੈਲਪਿੰਗ ਵਰਬ ਦੀ ਲੋੜ ਪੈਂਦੀ ਹੈ, ਤੇ ਸਾਡੇ ਕੋਲੇ ਹੈਲਪਿੰਗ ਵਰਬ ਹੈ ਜਿਹੜਾ ਉਹ ਡਿਡ ਹੈਗਾ। ਹੀ ਡਿਡ ਨੋਟ, ਅੱਗੇ ਆਪਾਂ ਵੈਂਟ ਲਾਇਆ ਸੀ, पर हुण क्योंकि डिड लग गया, डू दी सेकंड फॉर्म डिड हुंदी है। एक सेंटेंस दे विच एक बार सेकंड फॉर्म लग गई। ही डिड नॉट गो टू स्कूल। नेक्स्ट हैगा बेटे मैं तुहाडी मदद नहीं करना चाहती सी। आई दे नाल डिड नॉट, पहला आपां वांटेड लाया सी, वांट टू हेल्प यू, क्योंकि इत्थे डिड लग गया इसलिए इत्थे वांटेड तो वांट हो गया। मैं उसनूं नहीं जानदा सी। आई डिड नॉट नो हिम। लो जी, काफ़ी अच्छी तरह नाल मैं तुहानूं समझाउण दी कोशिश कीती है। नैक्सट आपां करांगे हुण इंट्रोगेटिव सेंटेंस।
ਇੰਟਰੋਗੇਟਿਵ ਸੈਂਟੈਂਸ। ਇੰਟਰੋਗੇਟਿਵ ਨੂੰ ਅਸੀਂ ਪੰਜਾਬੀ ਚ ਕੀ ਕਹਾਂਗੇ? ਇੰਟਰੋਗੇਟਿਵ ਨੂੰ ਅਸੀਂ ਪੰਜਾਬੀ ਚ ਕਹਿੰਦੇ ਆ ਪ੍ਰਸ਼ਨਵਾਚਕ ਵਾਕ। ਫਸਟ ਹੈਗਾ ਆਪਣੇ ਕੋਲੇ ਕਿ ਉਹ ਸਕੂਲ ਗਿਆ, ਕਿ ਉਹ ਤੁਹਾਡੀ ਮਦਦ ਕਰਨੀ ਚਾਹੁੰਦਾ ਸੀ, ਕਿ ਉਹ ਤੁਹਾਨੂੰ ਜਾਣਦੀ ਸੀ, ਕਿ ਉਹ ਸਕੂਲ ਗਿਆ। ਹੁਣ ਜੇ ਆਪਣੇ ਕੋਲੇ ਹੁੰਦਾ ਉਹ ਸਕੂਲ ਗਿਆ, ਅਸੀਂ ਕੀ ਕਹਿਣਾ ਸੀ? ਹੀ ਵੈਂਟ ਟੂ ਸਕੂਲ। ਪਰ ਹੁਣ ਕਿਉਂਕਿ ਸਾਡੇ ਕੋਲੇ ਹੈ ਕੀ ਦੇ ਲਈ ਸਾਨੂੰ ਕੋਈ ਹੈਲਪਿੰਗ ਵਰਬ ਚਾਹੀਦਾ, ਤਾਂ ਸਾਡੇ ਕੋਲੇ ਫੇ ਉਹੀ ਡਿਡ ਹੈਗਾ, ਜਿਹਨੂੰ ਅਸੀਂ ਸਬਜੈਕਟ ਤੋਂ ਪਹਿਲਾਂ ਲਾਉਣਾ। ਕਿਉਂਕਿ ਜਦੋਂ ਸਾਈਨ ਆਫ ਇੰਟਰੋਗੇਸ਼ਨ ਹੁੰਦਾ ਪਿੱਛੇ, ਤਾਂ ਫੇਰ ਸਾਨੂੰ ਸਬਜੈਕਟ ਤੋਂ ਪਹਿਲਾਂ ਹੈਲਪਿੰਗ ਵਰਬ ਦੀ ਲੋੜ ਪੈਂਦੀ ਹੈ। ਹੈਲਪਿੰਗ ਵਰਬ ਹਮੇਸ਼ਾ ਸਬਜੈਕਟ ਤੋਂ ਪਹਿਲਾਂ ਲੱਗਦਾ ਹੈ। ਕਿਹੜੇ ਸੈਂਟੈਂਸ ਵਿੱਚ? ਇੰਟਰੋਗੇਟਿਵ ਸੈਂਟੈਂਸਸ ਵਿੱਚ। Did he go to school, which is sign of interrogation। ਕੀ ਉਹ ਤੁਹਾਡੀ ਮਦਦ ਕਰਨੀ ਚਾਹੁੰਦਾ ਸੀ? ਫਿਰ ਕੀ ਆ ਗਿਆ? ਕੀ ਦੀ ਥਾਂ ਤੇ, ਕਿਉਂਕਿ ਪਾਸਟ ਇੰਡੈਫਿਨਿਟ ਟੈਂਸ ਹੈ, ਇਹਦੇ ਰੂਲ ਦੇ ਅਕੋਰਡਿੰਗਲੀ ਅਸੀਂ ਇੱਥੇ ਕੀ ਲਾਉਣਾ ਹੈ? ਡੂ ਡਜ਼ ਨਹੀਂ ਲਾਉਣਾ, ਡਿਡ ਲਾਉਣਾ। ਡਿਡ ਹੀ ਵਾਂਟ, ਨਾਟ ਵਾਂਟਡ, ਡਿਡ ਹੀ ਵਾਂਟ ਟੂ ਹੈਲਪ ਯੂ, which is sign of interrogation। ਨੈਕਸਟ ਹੈਗਾ ਕਿ ਉਹ ਤੁਹਾਨੂੰ ਜਾਣਦੀ ਸੀ। Did she know you। ਲੋ ਬੇਟੇ, ਨੈਕਸਟ ਬੇਟੇ ਆਪਾਂ ਹੁਣ ਕਰਾਂਗੇ ਫਿਊਚਰ ਇੰਡੈਫਿਨਿਟ ਟੈਂਸ। ਫਿਊਚਰ ਇੰਡੈਫਿਨਿਟ ਟੈਂਸ ਦੇ ਵਿੱਚ ਜਦੋਂ ਫਿਊਚਰ ਵਰਡ ਆ ਜਾਂਦਾ ਹੈ ਤਾਂ ਨਾਲ ਇਹਦੇ ਕੀ ਆਉਂਦਾ ਫਿਰ? ਵਿਲ ਜਾਂ ਸ਼ੈਲ। ਫਿਊਚਰ ਇੰਡੈਫਿਨਿਟ ਜਦੋਂ ਇਨਡੈਫਿਨਿਟ ਹੈ ਤਾਂ ਵਰਬ ਦੀ ਫਸਟ ਫਾਰਮ। ਹੁਣ ਇੱਥੇ ਨਿਸ਼ਾਨੀ ਕੀ ਹੈ ਕਿ ਪੰਜਾਬੀ ਦੇ ਕਿੱਦਾਂ ਦੇ ਵਾਕ ਹੁੰਦੇ ਆ ਜਿਹਦੇ ਤੇ ਸਾਨੂੰ ਪਤਾ ਲੱਗਦਾ ਹੈ ਕਿ ਇਹਦੇ ਵਿੱਚ ਅਸੀਂ ਵਿਲ ਤੇ ਸ਼ੈਲ ਦਾ ਯੂਜ਼ ਕਰਨਾ ਹੈ। ਨਿਸ਼ਾਨੀ ਹੈ ਦੀ ਕਿ ਪੰਜਾਬੀ ਦੇ ਵਾਕਾਂ ਦੇ ਪਿੱਛੇ ਗਾ, ਗੇ, ਗੀ ਲੱਗਿਆ ਹੁੰਦਾ ਹੈ। ਆਪਾਂ ਸਭ ਤੋਂ ਪਹਿਲਾਂ ਕਰਾਂਗੇ ਅਫਰਮੇਟਿਵ ਸੈਂਟੈਂਸ। ਇਹਦੇ ਵਿੱਚ ਫਸਟ ਹੈਗਾ ਉਹ ਫੁੱਟਬਾਲ ਖੇਡੇਗਾ, ਮੈਂ ਸਕੂਲ ਨਹੀਂ ਜਾਵਾਂਗੀ, ਉਹ ਪੱਤਰ ਨਹੀਂ ਲਿਖੇਗਾ। ਇੱਥੇ ਵੀ ਗਾ ਆ ਗਿਆ, ਗੀ, ਗਾ। ਇਹੀ ਇਹਦੀ ਬੇਟੇ ਨਿਸ਼ਾਨੀ ਹੈ। ਇਹ ਤੋਂ ਪਤਾ ਲੱਗ ਜਾਂਦਾ ਕਿ ਇਹ ਜਿਹੜਾ ਟੈਂਸ ਹੈਗਾ ਉਹ ਫਿਊਚਰ ਇਨਡੈਫਿਨਿਟ ਦਾ। ਤਾਂ ਹੁਣ ਇੱਥੇ ਅਸੀਂ ਕੀ ਕਰਨਾ ਹੈ? ਉਹ ਫੁੱਟਬਾਲ ਖੇਡੇਗਾ। ਇਹਦੇ ਤੋਂ ਪਤਾ ਲੱਗਦਾ ਸਾਨੂੰ ਕਿ ਇੱਕ ਬੱਚਾ ਹੈ, ਸਿੰਗੂਲਰ ਹੈ, ਇਹ ਅਸੀਂ ਇੱਥੇ ਕੀ ਲਾਵਾਂਗੇ? ਹੀ। ਹੁਣ ਬੇਟੇ ਆਈ ਤੇ ਹੋਈ ਨਾਲ ਸ਼ੈਲ ਲੱਗਦਾ, ਬਾਕੀ ਸਾਰਿਆਂ ਨਾਲ ਵਿਲ ਲੱਗਦਾ। ਹੁਣ ਸਾਡੇ ਕੋਲੇ ਹੀ ਸਬਜੈਕਟ ਹੈ, ਇਹਦੇ ਨਾਲ ਅਸੀਂ ਸ਼ੈਲ ਨਹੀਂ ਲਾ ਸਕਦੇ। ਹੀ ਵਿਲ ਖੇਡਣ ਦੀ, ਪਲੇ ਫੁੱਟਬਾਲ, ਹੀ ਵਿਲ ਪਲੇ ਫੁੱਟਬਾਲ। ਮੈਂ ਸਕੂਲ, ਸੌਰੀ ਮੈਂ ਅਫਰਮੇਟਿਵ ਕਰਾ ਰਹੀ ਸੀਗੀ ਤਾਂ ਮੈਨੂੰ ਨਹੀਂ ਲਿਖਣਾ ਚਾਹੀਦਾ ਸੀ ਵਿੱਚ। ਮੈਂ ਸਕੂਲ ਜਾਵਾਂਗੀ, ਆਈ ਨਾਲ ਲੱਗੂਗਾ ਸ਼ੈਲ, ਗੋ ਟੂ ਸਕੂਲ। ਉਹ ਪੱਤਰ ਲਿਖੇਗਾ, he will write a letter। ਇਹ ਹੈਗੇ ਬੇਟੇ ਅਫਰਮੇਟਿਵ ਸੈਂਟੈਂਸ। ਇਹ ਬਹੁਤ ਈਜ਼ੀ ਕੈਟੇਗਰੀ ਹੈ ਕਿਉਂਕਿ ਇਹਦੇ ਵਿੱਚ ਸਾਨੂੰ ਹੈਲਪਿੰਗ ਵਰਬ ਦਿੱਤੇ ਹੁੰਦੇ ਆ, ਤਾਂ ਬਹੁਤ ਈਜ਼ੀ ਰਹਿੰਦਾ। ਹੈਲਪਿੰਗ ਵਰਬ ਹੈਗਾ ਵਰਬ ਦੀ ਫਸਟ ਫਾਰਮ ਲਾਉਣੀ ਆ।
ਤਾਂ ਨੈਕਸਟ ਕੈਟੇਗਰੀ ਆਪਣੇ ਕੋਲੇ ਨੈਗੇਟਿਵ ਸੈਂਟੈਂਸ। ਨੈਗੇਟਿਵ ਸੈਂਟੈਂਸ ਨੈਗੇਟਿਵ ਦੇ ਵਿੱਚ ਅਸੀਂ ਨਹੀਂ ਲਾਉਣਾ ਹੈ ਉਹ ਫੁੱਟਬਾਲ ਨਹੀਂ ਖੇਡੇਗਾ, he will not play football। नेक्स्ट हैगा मैं स्कूल नहीं जावांगी, I ਨਾਲ लगूगा shall not go to school। ਉਹ ਪੱਤਰ नहीं लिखेगा, he will not write a letter। ठीक है बेटे। नेक्स्ट है अपना इंट्रोगेटिव सेंटेंस। इंट्रोगेटिव सेंटेंस मैं शॉर्ट ਦੇ ਵਿੱਚ ਲਿਖ ਰਹੀ ਹਾਂ क्योंकि वीडियो लंबी हो रही है बहुत। कि ਉਹ स्कूल जाएगा, साइन ऑफ इंटरोगेशन। कि मैं गीत गावांगी, थर्ड हैगा कि ओ पत्र लिखेगा, पीछे साइन ऑफ इंटरोगेशन। फर्स्ट हैगा कि वो स्कूल जाएगा, जे मैं की ते हाथ रखा वो स्कूल जाएगा, मैं की लिखूंगी he will go to school। ठीक है, ये हैगा अफर्मेटिव सेंटेंस। पर सानू की चाहिए इंटरोगेटिव सेंटेंस। ਹੁਣ ਜਦੋਂ ਕੀ ਅੱਗੇ ਲੱਗਿਆ ਹੁੰਦਾ, ਕੀ ਦੀ ਜਗ੍ਹਾ ਤੇ ਅਸੀਂ ਹੈਲਪਿੰਗ ਵਰਬ ਬਣਾਉਣਾ ਹੁੰਦਾ, ਤਾਂ ਆਹੀ ਹੈਲਪਿੰਗ ਵਰਬ ਜਿਹੜਾ ਮੈਂ ਵਿਲ ਇੱਥੇ ਲਾਇਆ, ਇਹ ਵਿਲ ਨੂੰ ਆਪਾਂ ਇੱਥੇ ਲਿਖ ਦਿੰਦੇ ਹਾਂ। ਲਓ ਬਹੁਤ ਈਜ਼ੀ ਹੋ ਗਿਆ। ਬਿਲਕੁਲ ਵੀ ਸਾਈਨ ਆਫ ਇੰਟਰੋਗੇਸ਼ਨ ਤੋਂ ਡਰਨ ਦੀ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ। ਨੈਕਸਟ ਹੈਗਾ ਕਿ ਮੈਂ ਗੀਤ ਗਾਵਾਂਗੀ, ਆਈ ਲੱਗੂਗਾ ਇਹਦੇ ਵਿੱਚ, ਮੈਂ ਇਸ ਲਈ ਆਪਾਂ ਪਹਿਲੇ ਇੱਥੇ ਇੱਕ ਸ਼ੈਲ ਲਾ ਦਿੰਦੇ ਹਾਂ। ਸ਼ੈਲ ਆਈ ਸਿੰਗ ਅ ਸੌਂਗ, ਸਾਈਨ ਆਫ ਇੰਟਰੋਗੇਸ਼ਨ। कि वो पत्र लिखेगा, ओ मीन्स ही नाल असीं शैल नहीं लाउंदे। विल ही राइट अ लेटर, पीछे साइन ऑफ इंटरोगेशन। लो बेटे अपनी जिहड़ी प्रेजेंट कैटेगरी है, प्रेजेंट इंडेफिनिट, पास्ट इंडेफिनिट एंड फ्यूचर इंडेफिनिट, वो आपां कंप्लीट कर दित्ती। अज वीडियो अपनी लगभग हाफ एन आवर की बन गई है। तो मैनू उम्मीद है कि तुहानू सारिया चीज़ां बिल्कुल क्लीयर हो गई होंगियां। अगर किसी नू किसी किस्म का कोई डाउट है, कोई क्वेश्चन तुहाडे माइंड विच हैगा, तो तुसीं मैनू कमेंट करके पूछ सकते हो। मैं तुहाडे हर क्वेश्चन का आंसर है जिहड़ा वो देण दी पूरी कोशिश करूँगी। पर तुसीं वीडियो नू एंड तक देखना है, अपना चैनल पंजाबी टॉक इनू सबसक्राइब करना है, ताकि मेरिया नैक्सट वीडियोज़ ने जिहड़ियां वो आपां नू नोटिफिकेशन उन्हां दा मिल सके। तो तुसीं वीडियो नू लाइक करना है, अगे शेयर भी करना, शेयर जरूर करना है। शेयर करना मस्ट है बेटे। तुसीं अपने फ्रेंड्स नाल जे शेयर करोगे तो उन्हां नू भी इहदा बेनिफिट हो सकता है। सो ठीक है बेटे, फिर मिलते हैं किसी अगली होर वीडियो नाल। कल नू आपां नैक्सट कैटेगरी कंटीन्यूअस वाली कैटेगरी लैके हाजिर होवांगे। सो थैंक यू सो मच।